ਗਰਮੀ ਹੋਣ ਕਰਕੇ ਸ਼ਾਮ ਨੂੰ ਗਾਹਕ ਆਉਂਦਾ 6-7 ਵਜੇ ਤੱਕ ਧੁੱਪ ਹੁੰਦੀ ਹੈ। 7 ਵਜੇ ਤੋਂ ਬਾਅਦ ਜਿੱਦਾਂ ਹੀ 8 ਵਜਦੇ ਨੇ 7:30 8 ਵਜੇ ਤੋਂ ਬਾਅਦ ਹੂਟਰ ਵੱਜਣੇ ਸ਼ੁਰੂ ਹੋ ਜਾਂਦੇ ਪੁਲਿਸ ਦੇ। ਬੱਸਾਂ ਚੱਲ ਰਹੀਆਂ, ਇਨਕਮ ਬਿਗ ਬੱਸਾਂ ਤੋਂ ਇਹਨਾਂ ਨੂੰ ਕ੍ਰੀਏਟ ਹੋ ਰਹੀ। ਸ਼ਰਾਬ ਦੇ ਠੇਕੇ ਚੱਲ ਰਹੇ ਨੇ, ਇਹਨਾਂ ਨੂੰ ਸ਼ਰਾਬ ਦੇ ਠੇਕੇ ਤੋਂ ਕਮਾਈ ਹੋ ਰਹੀ ਹੈ। ਕਿਉਂ ਉੱਥੋਂ ਬੰਦ ਕਿਉਂ ਨਹੀਂ ਕਰਦੇ? ਬੱਸਾਂ ਬੰਦ ਕਰਨ ਜਿਹ 'ਚ 52 ਸਵਾਰੀਆਂ ਬੈਠ ਕੇ ਜਾਂਦੀਆਂ ਨੇ, ਉਹਦੇ 'ਚ ਕਰੋਨਾ ਨਹੀਂ ਗਾ। ਦੂਜੀ ਸਰਕਾਰ ਇਹ ਵੀ ਕਹਿੰਦੀ ਨੇ ਵੀ ਸਾਡੇ ਖਜ਼ਾਨੇ ਖਾਲੀ ਨੇ। ਖਜ਼ਾਨੇ ਭਰਨ ਵਾਸਤੇ ਉਹਨਾਂ ਨੇ ਤਾਂ ਹੀ ਠੇਕੇ ਖੋਲ੍ਹੇ ਹੋਏ ਨੇ, ਤਾਂ ਹੀ ਠੇਕੇ ਖੋਲ੍ਹੇ, ਤਾਂ ਹੀ ਬੱਸਾਂ ਚਲਾਈਆਂ ਨੇ। ਅਸੀਂ ਕੀ ਕਰੀਏ? ਜਿੰਨਾ ਜਿਹੜੇ ਬੰਦੇ ਆਕਸੀਜਨ ਨਾਲ ਮਰ ਰਹੇ ਨੇ ਹਸਪੀਟਲ ਵੱਲੋਂ, ਉਹਨਾਂ ਦਾ ਵੀ ਬਿੱਲ ਪੂਰਾ ਲਿਆ ਜਾ ਰਿਹਾ। ਆਕਸੀਜਨ ਦੀ ਕਮੀ ਦੇ ਨਾਲ ਬੰਦੇ ਦੀ ਡੈਥ ਹੋ ਗਈ, ਉਹਨੂੰ ਆਕਸੀਜਨ ਹਸਪਤਾਲ ਵੱਲੋਂ ਨਹੀਂ ਮਿਲੀ। ਇਹ ਕਮ ਸੇ ਕਮ ਉਹਨਾਂ ਨੂੰ ਚਾਹੀਦਾ, ਸਰਕਾਰ ਨੂੰ ਚਾਹੀਦਾ, ਉਹਨਾਂ ਦੇ ਕੋਲੋਂ ਹਸਪੀਟਲ ਦਾ ਬਿੱਲ ਮਾਫ ਕੀਤਾ ਜਾਵੇ। ਬੀਜੇਪੀ ਦੇ ਕਈ ਆਉਂਦੇ ਹੋਣਗੇ ਤੁਹਾਡੇ ਕੋਲੇ, ਜਿਹੜੇ ਆਗੂ ਹੋਣਗੇ ਜਾਂ ਵਿਧਾਇਕ ਹੋਣਗੇ, ਆਪਦੀ ਮਨ ਕੀ ਬਾਤ ਸੁਣਾਉਣ ਦੀ ਗੱਲ ਕੀਤੀ ਕਦੇ ਤੁਸੀਂ? ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਹੈਗਾ ਲੋਕਲ ਲੀਡਰਾਂ ਦੇ ਪੱਲੇ, ਕਿਉਂਕਿ ਨਾ ਤਾਂ ਇਹਨਾਂ ਦੀ ਗੱਲ ਉੱਪਰ ਤੱਕ ਪਹੁੰਚ ਸਕਦੀ ਹੈ ਤੇ ਨਾ ਇਹਨਾਂ 'ਚ ਕਿਸੇ ਦਾ ਦਮ ਹੈਗਾ ਕਿ ਇੱਥੋਂ ਦੇ ਲੋਕਾਂ ਦੀ ਗੱਲ ਉੱਪਰ ਤੱਕ ਪਹੁੰਚਾਉਣ। ਇਹ ਸਿਰਫ ਆਪਣੀਆਂ ਰਾਜਨੀਤੀਆਂ ਚਮਕਾਉਣ ਦੇ ਚੱਕਰ 'ਚ, ਆਪਣੀਆਂ ਚਾਪਲੂਸੀਆਂ ਦੇ ਚੱਕਰ 'ਚ ਸਿਰਫ ਇਹ ਘੁੰਮਦੇ ਨੇ ਕਿ ਸਾਨੂੰ ਟਿਕਟ ਮਿਲ ਜਾਵੇ, ਮੈਂ ਇਸ ਏਰੀਏ 'ਚੋਂ ਟਿਕਟ ਲੜ ਲਵਾਂ। ਚੋਰ ਮੋਰੀ ਦੇ ਕਰਕੇ ਸ਼ਾਮ ਨੂੰ 7 ਵਜੇ ਤੋਂ ਬਾਅਦ ਸਾਰੇ ਠੇਕਿਆਂ 'ਤੇ ਸ਼ਰਾਬ ਵਿਕਦੀ ਰਹੀ ਹੈ ਚੋਰ ਮੋਰੀਆਂ ਕਿ ਉੱਥੇ ਇਹ ਚੀਜ਼ਾਂ ਸਾਰੇ ਪ੍ਰਸ਼ਾਸਨ ਨੂੰ ਨਹੀਂ ਦਿਖਦੀਆਂ ਕਿ ਬਾਹਰਲੇ ਸ਼ਹਿਰ ਕੈਨੇਡਾ ਅਮਰੀਕਾ ਦੇ ਵਿੱਚ ਲੋਕਡਾਊਨ ਕਰਕੇ ਉਹਨਾਂ ਨੇ ਇਸ ਸਥਿਤੀ ਨੂੰ ਕੰਟਰੋਲ ਕਰ ਲਿਆ। ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਉੱਥੇ ਲੋਕਾਂ ਨੂੰ ਉਹਨਾਂ ਨੇ ਡਾਲਰ ਪਾਏ ਨੇ, ਬੈਂਕਾਂ ਦੇ ਵਿੱਚ ਪੈਸੇ ਪਾਏ ਨੇ, ਘਰ ਬੈਠੇ ਉਹਨਾਂ ਲੋਕਾਂ ਨੂੰ ਇਨਕਮ ਦਿੱਤੀ ਹੈ, ਕੋਈ ਖਰਚੇ ਦਿੱਤੇ ਨੇ ਪੂਰੇ। ਇਹ ਨਹੀਂ ਹੈ ਕਿ ਤੁਸੀਂ ਲੋਕਡਾਊਨ ਕਰ ਲਿਆ ਤੇ ਉਹਨਾਂ ਬੰਦਿਆਂ ਨੂੰ ਮਾਰਤਾ। ਲੋਕਡਾਊਨ ਬੰਦ ਕਰਕੇ ਜਾਂ ਲੋਕਡਾਊਨ ਦੀਆਂ ਦੁਕਾਨਾਂ ਬੰਦ ਕਰਕੇ ਸਾਨੂੰ ਡਬਲ ਨੁਕਸਾਨ ਹੋ ਰਿਹਾ। ਦੱਸੋ ਮੈਨੂੰ ਅੱਜ ਦੀ ਡੇਟ ਦੇ ਵਿੱਚ ਸਰਕਾਰ ਨੇ ਸਾਡੇ ਬਾਰੇ ਕੀ ਸੋਚਿਆ ਵਾ? ਪਿਛਲੇ ਸਾਲ ਦੇ ਨਾਲ ਕੰਪੇਅਰ ਕਰੀਏ ਜੋ ਲੋਕਡਾਊਨ ਪੀਰੀਅਡ ਵੀ ਰਿਹਾ ਵਾ, ਤਾਂ ਕਿੰਨਾ ਕੁ ਲਾਸ ਚੱਲਣਾ ਪਿਆ? ਨਾ ਤਾਂ ਵਿਆਹ ਹੋ ਰਹੇ ਨੇ ਤੇ ਨਾ ਕੱਪੜੇ ਦੀ ਸ਼ਾਪਿੰਗ ਹੋ ਰਹੀ ਹੈ। ਬਿਲੀਵ ਕਰੋਗੇ, ਤੁਹਾਨੂੰ ਸੱਚ ਦੱਸਾਂ, ਅੱਜ ਦੀ ਰੇਟ ਦੇ ਵਿੱਚ 20 ਤੋਂ 30% ਸੇਲ ਰਹਿ ਗਈ ਹੈ, 70-80% ਸੇਲ ਬਿਲਕੁਲ ਡੈੱਡ ਹੋ ਚੁੱਕੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਲਗਾਤਾਰ ਕੋਰੋਨਾ ਵਾਇਰਸ ਦੇ ਕੇਸਿਸ ਵਧਣ ਦੇ ਕਾਰਨ ਜਿਹੜੇ ਆ ਸਖਤੀ ਦਿਖਾਈ ਜਾ ਰਹੀ ਹੈ ਔਰ ਲੁਧਿਆਣੇ ਦੇ ਵਿੱਚ ਜਿਹੜਾ ਐਤਵਾਰ ਦੇ ਦਿਨ ਲੋਕਡਾਊਨ ਰੱਖਿਆ ਗਿਆ। ਐਤਵਾਰ ਦਾ ਜਿਹੜਾ ਦਿਨ ਸੀਗਾ ਲੋਕਡਾਊਨ ਰੱਖਿਆ ਗਿਆ ਔਰ ਇਸ ਦੇ ਨਾਲ ਜਿਹੜਾ ਨਾਈਟ ਕਰਫਿਊ ਦਾ ਟਾਈਮਿੰਗ ਵਧਾ ਦਿੱਤਾ ਗਿਆ। 8 ਵਜੇ ਜਿਹੜੀ ਟਾਈਮਿੰਗ ਕਰ ਦਿੱਤੀ ਗਈ ਸੀ, ਰਾਤ ਦੇ 8 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਜਿਹੜਾ ਹੈ ਨਾਈਟ ਕਰਫਿਊ ਰਹਿੰਦਾ ਹੈ। ਇਸ ਦੇ ਨਾਲ ਲੋਕ ਜੋ ਵਪਾਰ ਕਰਦੇ ਨੇ ਜਾਂ ਜੋ ਆਪਣੇ ਕੱਪੜੇ ਦਾ ਵਪਾਰ ਕਰਦੇ ਨੇ, ਕਿਸੇ ਤਰ੍ਹਾਂ ਦਾ ਕੋਈ ਵਪਾਰ ਕਰਦੇ ਨੇ, ਤਾਂ ਉਹਨਾਂ ਨੂੰ ਲਾਸ ਜਿਹੜਾ ਝੱਲਣਾ ਪੈ ਰਿਹਾ ਹੈ। ਬਹੁਤ ਸਾਰੇ ਦੁਕਾਨਦਾਰ ਨੇ ਜਿਨ੍ਹਾਂ ਦਾ ਕਹਿਣਾ ਸੀਗਾ ਕਿਸੇ ਤਰ੍ਹਾਂ ਦਾ ਕੋਈ ਬਿਜ਼ਨਸ ਕਰ ਰਹੇ ਨੇ ਤਾਂ ਉਹਨਾਂ ਨੂੰ ਲਾਸ ਹੀ ਝੱਲਣਾ ਪੈ ਰਿਹਾ, ਕਿਸੇ ਤਰ੍ਹਾਂ ਦਾ ਕੋਈ ਪ੍ਰੋਫਿਟ ਨਹੀਂ ਹੋ ਰਿਹਾ। ਤਾਂ ਅਸੀਂ ਗੱਲਬਾਤ ਕਰਾਂਗੇ, ਸਾਡੇ ਨਾਲ ਭਗਵਿੰਦਰਪਾਲ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਲਗਾਤਾਰ ਜਿਹੜੇ ਕਰੋਨਾ ਵਾਇਰਸ ਕੇਸਿਸ ਦੇ ਉੱਤੇ ਥੰਮਣ ਦੇ ਲਈ ਉਸ ਨੂੰ ਜਿਹੜਾ ਆ ਬਾਰ-ਬਾਰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਸਾਥ ਦਿੱਤਾ ਜਾਵੇ। ਦੁਕਾਨਦਾਰਾਂ ਨੇ ਵੀ ਸਾਥ ਦਿੱਤਾ ਨਾ, ਜੋ ਫੈਕਟਰੀ ਓਨਰ ਸੀ ਉਹਨਾਂ ਨੇ ਵੀ ਸਾਥ ਦਿੱਤਾ, ਲੇਕਿਨ ਜਿਹੜੇ ਕਰੋਨਾ ਵਾਇਰਸ ਕੇਸਿਸ ਨਹੀਂ ਥੰਮ ਰਹੇ ਹੈਗੇ। ਉੱਤੋਂ ਗੱਲ ਕੀਤੀ ਜਾਵੇ ਨਾਈਟ ਕਰਫਿਊ, ਤੁਹਾਡੇ ਉਸ 'ਤੇ ਵੀ ਵਿਚਾਰ ਕੀ ਨੇ? ਦੇਖੋ, ਜਿੱਦਾਂ ਲੋਕਡਾਊਨ ਦੀਆਂ ਕੋਈ ਨਵੀਆਂ ਸਰਕਾਰ ਵੱਲੋਂ ਕੋਈ ਗਾਈਡਲਾਈਨ ਆਉਂਦੀਆਂ, ਹਰ ਦੁਕਾਨਦਾਰ ਉਹਨਾਂ ਗਾਈਡਲਾਈਨ ਦਾ ਪਾਲਣ ਕਰਦਾ। ਪਾਲਣ ਕਰਨ ਦੇ ਨਾਲ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜੇ ਦੁਕਾਨਦਾਰ ਜਾਂ ਬਿਜ਼ਨਸਮੈਨ ਜਾਂ ਵਪਾਰੀ ਵਰਗ ਸਾਡੇ ਨਾਲ ਮੋਢਾ ਮਿਲਾ ਕੇ ਸਾਡੀਆਂ ਗਾਈਡਲਾਈਨ ਦਾ ਪਾਲਣ ਕਰਦਾ ਹੈ ਤੇ ਸਾਨੂੰ ਵੀ ਉਹਨਾਂ ਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਜਿੱਦਾਂ ਅੱਜ ਦੀ ਰੇਟ ਦੇ ਵਿੱਚ ਵਪਾਰ ਦਾ ਬੁਰਾ ਹਾਲ ਹੋ ਚੁੱਕਿਆ ਹੈ, ਸਵੇਰ ਤੋਂ ਸ਼ਾਮ ਤੱਕ ਬਿਨਾਂ ਕੁਝ ਅਸੀਂ ਕਮਾਏ ਹੋਏ ਅਸੀਂ ਘਰ ਵਾਪਸ ਜਾਂਦੇ ਹਾਂ। ਇਹ ਸਭ ਕੁਝ ਸਰਕਾਰ ਨੂੰ ਦਿਖਦਾ। ਜੇ ਉਹਨਾਂ ਨੂੰ ਕਰੋਨਾ ਦੇ ਕੇਸ ਵੱਧਦੇ ਦਿਖਦੇ ਨੇ ਤੇ ਵਪਾਰੀ ਵਰਗ ਦਾ ਬੁਰਾ ਹਾਲ ਵੀ ਦਿਖਦਾ, ਪਰ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਵਪਾਰੀਆਂ ਬਾਰੇ ਕੁਝ ਸੋਚਿਆ ਜਾਵੇ। ਲੋਕਡਾਊਨ ਬੰਦ ਕਰਕੇ ਜਾਂ ਲੋਕਡਾਊਨ ਦੀਆਂ ਦੁਕਾਨਾਂ ਬੰਦ ਕਰਕੇ ਸਾਨੂੰ ਡਬਲ ਨੁਕਸਾਨ ਹੋ ਰਿਹਾ। ਡਬਲ ਨੁਕਸਾਨ ਇਸ ਤਰ੍ਹਾਂ ਹੋ ਰਿਹਾ, ਇੱਕ ਤਾਂ ਸਾਡਾ ਦੁਕਾਨਾਂ ਬੰਦ ਕਰਕੇ ਸਾਨੂੰ ਦੁਕਾਨਾਂ ਦੇ ਖਰਚੇ ਪੈ ਰਹੇ, ਕਿਰਾਇਆ ਪੂਰਾ ਦੇਣਾ ਪੈ ਰਿਹਾ, ਬਿਜਲੀ ਦਾ ਬਿੱਲ ਪੂਰਾ ਦੇਣਾ ਪੈ ਰਿਹਾ, ਬੰਦਿਆਂ ਦੀਆਂ ਤਨਖਾਹਾਂ ਸਾਨੂੰ ਪੂਰੀਆਂ ਦੇਣੀਆਂ ਪੈ ਰਹੀਆਂ। ਸਰਕਾਰ ਨੂੰ ਚਾਹੀਦਾ ਕੁਝ ਸਾਡੇ ਬਾਰੇ ਸੋਚੇ। ਦੱਸੋ ਮੈਨੂੰ ਅੱਜ ਦੀ ਡੇਟ ਦੇ ਵਿੱਚ ਸਰਕਾਰ ਨੇ ਸਾਡੇ ਬਾਰੇ ਕੀ ਸੋਚਿਆ? ਵਪਾਰੀ ਵਰਗ, ਕਰੋਨਾ ਨੂੰ ਸਾਲ 1.5 ਸਾਲ ਹੋ ਗਿਆ, ਕਿ ਸਰਕਾਰ ਨੇ ਕਿਸੇ ਵੀ ਦੱਸੋ ਵਪਾਰੀ ਵਰਗ ਬਾਰੇ ਕੋਈ ਸੋਚਿਆ ਹੋਵੇ ਕਿ ਸਰਕਾਰ ਦੀ ਕੋਈ ਗਾਈਡਲਾਈਨ ਆਈ ਹੋਵੇ ਕਿ ਸਾਰੇ ਦੁਕਾਨਦਾਰ ਵੀਰਾਂ ਦਾ ਬਿਜਲੀ ਦਾ ਬਿੱਲ ਮਾਫ ਕਰ ਦਿਓ, ਕਿ ਕਿਰਾਇਆ ਕਿਹਾ ਜਾਵੇ ਕਿਰਾਏ ਮਾਫ ਕਰ ਦਿਓ, ਜਾਂ ਇਹਨਾਂ ਦੇ ਕੋਲੋਂ ਟੈਕਸ ਦੀ ਕਟੌਤੀ ਕਰਕੇ ਇਹਨਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇ। ਕੋਈ ਨਾ ਕੋਈ ਤਾਂ ਗਾਈਡਲਾਈਨ ਆਉਣ, ਪਰ ਸਰਕਾਰ ਬਿਲਕੁਲ ਹੀ, ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਬਿਲਕੁਲ ਹੀ ਇਹਦੇ ਵਿੱਚ ਨਾਕਾਮਯਾਬ ਸਾਬਤ ਹੋਈ ਹੈ ਕਿ ਜਿਹੜੀਆਂ ਕਿ ਸਾਨੂੰ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਾਨੂੰ ਪਤਾ ਅਸੀਂ ਦਿਨ ਕਿੱਦਾਂ ਕੱਟ ਰਹੇ ਹਾਂ, ਕਿੱਦਾਂ ਖਰਚੇ ਕਰ ਰਹੇ ਹਾਂ, ਕਿੱਦਾਂ ਕਿਰਾਏ ਦੇ ਰਹੇ ਹਾਂ ਤੇ ਕਿੱਦਾਂ ਬਿਜਲੀ ਦੇ ਬਿੱਲ ਦੇ ਰਹੇ ਹਾਂ। ਬੱਚਿਆਂ ਦੀਆਂ ਫੀਸਾਂ ਵੀ ਹੋਣਗੀਆਂ ਨਾਲ।
ਬਿਲਕੁਲ ਸਰ, ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਪੂਰੀਆਂ ਦੇਣੀਆਂ ਪੈ ਰਹੀਆਂ। ਜੇ ਫੀਸ 10 ਦਿਨ ਲੇਟ ਹੋ ਜਾਵੇ ਤੇ ਉੱਥੋਂ ਫੋਨ ਕਰ SMS ਕਰਕੇ ਸਾਨੂੰ ਪਰੇਸ਼ਾਨ ਹੋ ਜਾਂਦੇ ਆ ਕਿ ਡਬਲ ਹੁੰਦਾ ਕਿ ਯਾਰ ਕਿ ਸਕੂਲ ਦੀ ਫੀਸ ਵੀ ਦਿਓ ਤੇ ਆਪਣਾ ਦੁਕਾਨਾਂ ਦੇ ਖਰਚੇ ਵੀ ਕਰੋ। ਦੁਕਾਨਾਂ ਦੇ ਖਰਚੇ ਤਾਂ ਹੀ ਹੋਣਗੇ ਜੇ ਸੇਲ ਹੋਏਗੀ। ਮਾਰਕੀਟ ਦੇ ਵਿੱਚ ਦੁਕਾਨ ਤੇ ਗਾਹਕ ਨਹੀਂ ਹੈਗਾ। ਜਿੱਦਾਂ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਗਰਮੀ ਹੈ, ਗਰਮੀ ਹੋਣ ਕਰਕੇ ਸ਼ਾਮ ਨੂੰ ਗਾਹਕ ਆਉਂਦਾ 6-7 ਵਜੇ ਤੱਕ ਧੁੱਪ ਹੁੰਦੀ ਹੈ। 7 ਵਜੇ ਤੋਂ ਬਾਅਦ ਜਿੱਦਾਂ ਹੀ 8 ਵਜੇ ਨੇ 7:30-8 ਵਜੇ ਤੋਂ ਬਾਅਦ ਹੂਟਰ ਵੱਜਣੇ ਸ਼ੁਰੂ ਹੋ ਜਾਂਦੇ ਪੁਲਿਸ ਦੇ। ਦੁਕਾਨਦਾਰਾਂ 'ਚ ਡੈਸ਼ ਦਾ ਮਾਹੌਲ ਹੋ ਜਾਂਦਾ, ਅਗਲੇ ਦਬਾ ਸ਼ਟਰ ਥੱਲੇ ਕਰਦੇ ਨੇ, ਘਰ ਚਲੇ ਜਾਂਦੇ ਨੇ। ਅੱਛਾ, ਇਹ ਗੱਲ ਕਰੀਏ ਆਪਾਂ ਤੁਹਾਡੇ ਵਪਾਰ ਦੇ ਬਾਰੇ ਕਿ ਪਹਿਲਾਂ ਜਦੋਂ ਵਪਾਰ ਚੱਲਦਾ ਪਿਆ ਸੀਗਾ ਤਾਂ ਕਿੰਨੀ ਕੁ ਸੇਲ ਉਦੋਂ ਤੱਕ ਹੋ ਜਾਂਦੀ ਸੀਗੀ ਤੇ ਅੱਜ ਦੇ ਦਿਨ ਦੇ ਨਾਲ ਕੰਪੇਅਰ ਕਰੀਏ ਤਾਂ ਪਿਛਲੇ ਸਾਲ ਦੇ ਨਾਲ ਕੰਪੇਅਰ ਕਰੀਏ ਜੋ ਲੋਕਡਾਊਨ ਪੀਰੀਅਡ ਵੀ ਰਿਹਾ ਵਾ ਤਾਂ ਕਿੰਨਾ ਕੁ ਲਾਸ ਚੱਲਣਾ ਪਿਆ ਵਾ? ਸਰ ਅੱਜ ਦੀ ਡੇਟ ਦੇ ਵਿੱਚ ਤਾਂ ਤੁਹਾਨੂੰ ਸੱਚੀ ਦੱਸਾਂ ਜੀ, ਆ ਲੋਕਡਾਊਨ ਕਰਕੇ ਆ ਪਿੱਛੇ ਜੇ 1-2 ਮਹੀਨੇ ਸਾਡੇ ਚਲੋ ਕੰਮ ਸ਼ੁਰੂ ਹੋਇਆ ਸੀਗਾ, ਵਿਆਹਾਂ ਦਾ ਵੀ ਸੀਜ਼ਨ ਸ਼ੁਰੂ ਹੋ ਗਿਆ। ਹਰ ਬੰਦੇ ਨੇ ਸ਼ੋਪਿੰਗ ਕੱਪੜੇ ਤਾਂ ਉਦੋਂ ਹੀ ਖਰੀਦਣੇ ਆ ਜਦੋਂ ਘਰ ਦੇ ਵਿੱਚ ਸੁੱਖ ਦੁੱਖ ਦਾ ਪ੍ਰੋਗਰਾਮ ਹੋਣਾ। ਠੀਕ ਹੈ ਨਾ ਜੀ, ਜਦੋਂ ਬੰਦੇ ਨੇ ਕੋਈ ਵਿਆਹ ਕਰਨਾ, ਘਰ ਦੇ ਵਿੱਚ ਕੋਈ ਫੰਕਸ਼ਨ ਕਰਨਾ, ਕਿਸੇ ਨੇ ਕੋਈ ਰਿੰਗ ਸੈਰਾਮਨੀ ਕਰਨੀ ਹੈ, ਕਿਸੇ ਨੇ ਬੱਚੇ ਦਾ ਜਨਮ ਦਿਨ ਮਨਾਉਣਾ ਜਾਂ ਕਿਸੇ ਹੋਟਲ ਦੇ ਵਿੱਚ ਕੋਈ ਪਾਰਟੀ ਕਰਨੀ ਹੈ, ਤਾਂ ਹੀ ਬੰਦੇ ਨੂੰ ਨਵੇਂ ਕੱਪੜੇ ਪਾਉਣ ਦਾ ਸ਼ੌਂਕ ਹੁੰਦਾ। ਠੀਕ ਹੈ ਕਿ ਨਹੀਂ? ਜੇ ਉਹ ਨਵੇਂ ਕੱਪੜੇ ਪਾ ਕੇ ਕੋਈ ਵਿਆਹ ਸ਼ਾਦੀ ਹੋਣੀ ਨਹੀਂ ਗੀ, 20 ਬੰਦਿਆਂ ਦੇ ਵਿੱਚ ਕੀ ਕੱਪੜੇ ਸਵਾਊਗਾ, ਕੀ ਕੱਪੜੇ ਖਰੀਦੂਗਾ? ਆਪਣੇ ਖਰੀਦੂ, ਬੱਚਿਆਂ ਦੇ ਖਰੀਦੂ, ਜਨਾਨੀ ਦੇ ਖਰੀਦੂ। ਅਗਲਾ ਦੱਸੋ ਕਿ ਬੁਰਾ ਹਾਲ ਹੋ ਰੱਖਿਆ ਵਾ। ਨਾ ਤਾਂ ਵਿਆਹ ਹੋ ਰਹੇ ਨੇ ਤੇ ਨਾ ਕੱਪੜੇ ਦੀ ਸ਼ਾਪਿੰਗ ਹੋ ਰਹੀ ਹੈ। ਬਿਲੀਵ ਕਰੋਗੇ, ਤੁਹਾਨੂੰ ਸੱਚ ਦੱਸਾਂ, ਅੱਜ ਦੀ ਰੇਟ ਦੇ ਵਿੱਚ 20 ਤੋਂ 30% ਸੇਲ ਰਹਿ ਗਈ ਹੈ। 70-80% ਸੇਲ ਬਿਲਕੁਲ ਡੈੱਡ ਹੋ ਚੁੱਕੀ ਹੋਈ ਹੈ। ਐਕਸਪੈਂਸਿਸ ਫਿਰ ਕਿੱਦਾਂ ਕਵਰ ਕੀਤੇ ਜਾ ਰਹੇ? ਜੋ ਐਕਸਪੈਂਸ ਹੋ ਰਹੇ ਨੇ, ਜੋ ਖਰਚੇ ਚੱਲ ਰਹੇ ਨੇ, ਫਿਰ ਕਿੱਦਾਂ ਕਵਰ ਕੀਤੇ ਜਾ ਰਹੇ? ਕਿ ਪਹਿਲਾਂ ਦੀ ਸੇਵਿੰਗਸ ਰੱਖੀਆਂ ਗਈਆਂ ਸੀ ਕਿ ਹਾਂ ਕਦੇ ਮਾੜਾ ਟਾਈਮ ਆ ਸਕਦਾ, ਉਹ ਯੂਜ਼ ਕੀਤੇ ਜਾ ਰਿਹਾ ਜਾਂ ਤੁਹਾਨੂੰ ਵੀ ਕਰਜ਼ਾ ਲੈਣਾ ਪੈ ਰਿਹਾ ਵਾ? ਸਰ ਬੈਂਕਾਂ ਤੋਂ ਅਸੀਂ ਲੋਨ ਲੈ ਰਹੇ ਹਾਂ। ਜਿੱਦਾਂ ਜਦੋਂ 2-3 ਮਹੀਨੇ ਦਾ ਜਦੋਂ ਖਰਚਾ ਇਕੱਠਾ ਹੋ ਜਾਂਦਾ, ਫਿਰ ਅੱਗੇ ਬੈਂਕ ਤੋਂ ਨਵਾਂ ਲੋਨ ਲੈ ਕੇ ਨਵੀਆਂ ਕਿਸ਼ਤਾਂ ਦੇਣੀਆਂ ਪੈ ਜਾਂਦੀਆਂ। ਅੱਜ ਦੀ ਰੇਟ ਦੇ ਵਿੱਚ ਇਹ ਹੋ ਗਿਆ, ਆਮਦਨੀ 10-20 ਪੈਸੇ ਤੇ ਖਰਚਾ 2 ਰੁਪਈਏ। ਤੁਹਾਨੂੰ ਸੱਚ ਦੱਸੀਏ ਕਿ ਆਮਦਨੀ ਤਾਂ ਹੈ ਹੀ ਨਹੀਂ ਗੀ। ਆਮਦਨੀ ਤਾਂ ਹੋਵੇ, ਸੇਲ ਹੋਵੇ, ਉਹਦੇ ਵਿੱਚੋਂ ਖਰਚੇ ਤਾਂ ਹੋਣੇ ਹੀ ਨਹੀਂ ਗੇ। ਇਹਦੇ ਵਿੱਚੋਂ ਸਾਨੂੰ ਘਰ ਦੇ ਖਰਚੇ ਵੀ ਕਰਨੇ ਪੈਣੇ ਆ ਤੇ ਦੁਕਾਨਾਂ ਦੇ ਕਿਰਾਏ ਵੀ ਦੇਣੇ ਪੈਣੇ ਤੇ ਖਰਚੇ ਸਾਰੇ ਬੰਦਿਆਂ ਦੀ ਤਨਖਾਹਾਂ ਵੀ ਦੇਣੀਆਂ ਪੈਣੀਆਂ, ਬਿਜਲੀ ਦੇ ਬਿੱਲ ਵੀ ਦੇਣੇ ਪੈਣੇ। ਫਿਕਸ ਐਸੈਟ ਨੇ ਹਰ ਬੰਦੇ ਦੇ, ਚਾਹੇ ਤੁਸੀਂ ਹੋ ਚਾਹੇ ਮੈਂ ਵਾਂ, ਹਰ ਬੰਦੇ ਦੇ ਫਿਕਸ ਐਸੈਟ ਨੇ ਕਿ ਉਹ ਭਾਵੇਂ ਸੇਲ ਹੋਵੇ ਨਾ ਹੋਵੇ, ਤੁਹਾਨੂੰ ਖਰਚੇ ਦੇਣੇ ਪੈਣੇ ਨੇ। ਤੇ ਉਹ ਖਰਚੇ ਨਾ ਦੇਣ ਵਾਸਤੇ ਜੇ ਸੇਲ ਨਹੀਂ ਹੋਏਗੀ ਤਾਂ ਸਾਨੂੰ ਲੋਨ ਹੀ ਲੈਣਾ ਪਏਗਾ। ਜਦੋਂ ਲੋਨ ਕਰਜ਼ਾ ਸਿਰ ਦੇ ਉੱਪਰ ਚੜ੍ਹ ਜਾਏਗਾ ਤੇ ਵਪਾਰੀ ਵਰਗ ਪਰੇਸ਼ਾਨ ਹੋਏਗਾ। ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਵਪਾਰੀਆਂ ਬਾਰੇ ਕੋਈ ਸੋਚੇ। ਬਹੁਤ ਜ਼ਿਆਦਾ ਵਪਾਰ ਦਾ ਬੁਰਾ ਹਾਲ ਹੋ ਚੁੱਕਿਆ ਹੈ। ਇਸ ਤੋਂ ਵੱਧ ਤੁਹਾਨੂੰ ਸੱਚ ਦੱਸਾਂ ਕਿ ਸਰਕਾਰ ਨੂੰ ਦੇਖੋ, ਉਹਨਾਂ ਨੇ ਕੁਝ ਨਹੀਂ ਕੀਤਾ ਨਾ, ਤਾਂ ਜਿੰਨਾ ਉਹਨਾਂ ਦੇ ਵਪਾਰ ਚੱਲ ਰਹੇ ਨੇ, ਜਿੰਨਾ ਉਹਨਾਂ ਦੀਆਂ ਜਿੱਥੋਂ ਉਹਨਾਂ ਨੂੰ ਇਨਕਮ ਕ੍ਰੀਏਟ ਹੋ ਰਹੀ ਹੈ, ਉਹਨਾਂ ਨੇ 1% ਉਹਨਾਂ ਨੇ ਆਪਣੇ ਉੱਤੇ ਨਹੀਂ ਲਾਇਆ ਕਿ ਆਪਾਂ ਇਹਨੂੰ ਬੰਦ ਕਰ ਦਈਏ ਜਾਂ ਕੁਝ ਕਰ ਦਈਏ। ਜਾਂ ਬੱਸਾਂ ਚੱਲ ਰਹੀਆਂ, ਇਨਕਮ ਬੱਸਾਂ ਤੋਂ ਇਹਨਾਂ ਨੂੰ ਕ੍ਰੀਏਟ ਹੋ ਰਹੀ। ਸ਼ਰਾਬ ਦੇ ਠੇਕੇ ਚੱਲ ਰਹੇ ਨੇ, ਇਹਨਾਂ ਨੂੰ ਸ਼ਰਾਬ ਦੇ ਠੇਕੇ ਤੋਂ ਕਮਾਈ ਹੋ ਰਹੀ ਹੈ। ਕਿਉਂ ਉੱਥੋਂ ਬੰਦ ਕਿਉਂ ਨਹੀਂ ਕਰਦੇ? ਬੱਸਾਂ ਬੰਦ ਕਰਨ ਜਿਹ 'ਚ 52 ਸਵਾਰੀਆਂ ਬੈਠ ਕੇ ਜਾਂਦੀਆਂ ਨੇ, ਉਹਦੇ 'ਚ ਕਰੋਨਾ ਨਹੀਂ ਗਾ। ਸਰਕਾਰ ਕਹਿੰਦੀ ਵੀ ਅਸੀਂ ਜੇ ਇਹੋ ਜਿਹਾ ਕੁਝ ਬੰਦ ਕਰ ਦਾਂਗੇ ਤਾਂ ਸਾਡੇ ਕੋਲ ਪੈਸੇ ਕਿੱਥੇ ਆਉਣਗੇ? ਅਸੀਂ ਇਨਫਰਾਸਟ੍ਰਕਚਰ ਡਿਵੈਲਪਮੈਂਟ ਵੀ ਕਰਨੀ ਆ, ਫਿਰ ਉਸ ਤੋਂ ਬਾਅਦ ਹੋਰ ਵੀ ਡਿਵੈਲਪਮੈਂਟਸ ਕਰਨ ਵਾਲੀਆਂ ਨੇ। ਕਿਸ ਤਰ੍ਹਾਂ ਦਾ ਕੁਝ ਕਰਨ ਵਾਲਾ ਹੋਵੇ ਪੰਜਾਬ ਦੇ ਵਿੱਚ ਤਾਂ ਅਸੀਂ ਉਹ ਵੀ ਕਰਨਾ। ਕਹਿੰਦੇ ਫਿਰ ਅਸੀਂ ਇਹ ਚੀਜ਼ਾਂ ਇਕੱਠੀਆਂ ਕਰਨੀਆਂ ਨਾ। ਫਿਰ ਉਹਨਾਂ ਨੂੰ ਆਪਣੀਆਂ ਡਿਵੈਲਪਮੈਂਟਾਂ ਦਿਖਦੀਆਂ ਨੇ, ਉਹਨਾਂ ਨੂੰ ਦਿਖਦੇ ਨੇ ਖਰਚੇ ਕਿ ਦੁਕਾਨ ਸਾਡੇ ਢਿੱਡ ਨਹੀਂ ਲੱਗੇ, ਸਾਡੇ ਖਰਚੇ ਨਹੀਂ ਹੈਗੇ। ਉਹਨਾਂ ਨੂੰ ਪੁੱਛੋ ਕਿ ਸਾਡੇ ਖਰਚੇ ਨਹੀਂ ਹੈਗੇ। ਸਾਡੇ ਸਾਰੇ ਦੁਕਾਨਦਾਰਾਂ ਨੂੰ ਹਰ ਮਹੀਨੇ ਦੇ ਵਿੱਚ 70-80 ਹਜ਼ਾਰ ਰੁਪਈਆ ਬੈਂਕ ਦੇ ਖਾਤੇ 'ਚ ਪਾਉਣ, ਸਾਨੂੰ ਭਾਵੇਂ ਲੋਕਡਾਊਨ ਲਵਾਉਣ ਜਾਂ ਭਾਵੇਂ ਘਰ ਬਿਠਾਉਣ, ਸਾਡੇ ਖਰਚੇ ਨਹੀਂ ਹੈ। ਹਰ ਬੰਦੇ ਦੇ ਖਰਚੇ ਨੇ। ਜੇ ਕੈਪਟਨ ਸਾਹਿਬ ਉੱਥੇ ਬੈਠੇ ਆਰਡਰ ਕਰਦੇ ਨੇ, ਕੈਪਟਨ ਸਾਹਿਬ ਦੇ ਵੀ ਖਰਚੇ ਨੇ। ਕੈਪਟਨ ਸਾਹਿਬ ਨੂੰ ਵੀ ਪਤਾ ਕਿ ਇੱਕ ਨੋਮੀਨਲ ਬੰਦੇ ਦੇ ਕਿੰਨੇ ਖਰਚੇ ਨੇ। ਜਿਹੜੇ ਖਰਚੇ ਨੇ ਉਹ ਕਿੱਥੋਂ ਲਿਆਏਗਾ ਬੰਦਾ? ਇੱਕ ਪਾਸੇ ਖਰਚੇ ਦੀ ਗੱਲ, ਦੂਜੇ ਪਾਸੇ ਸਰਕਾਰ ਇਹ ਵੀ ਕਹਿੰਦੀ ਵੀ ਸਾਡੇ ਖਜ਼ਾਨੇ ਖਾਲੀ ਨੇ। ਤੇ ਖਜ਼ਾਨੇ ਖਾਲੀ ਨੇ, ਦੱਸੋ ਮੈਨੂੰ, ਜੇ ਖਜ਼ਾਨੇ ਖਾਲੀ ਨੇ ਇਹੀ ਗੱਲ ਕਰੀ ਜਾਣਗੇ ਤੇ ਖਜ਼ਾਨੇ ਭਰਨ ਵਾਸਤੇ ਉਹਨਾਂ ਨੇ ਤਾਂ ਹੀ ਠੇਕੇ ਖੋਲ੍ਹੇ ਹੋਏ ਨੇ, ਤਾਂ ਹੀ ਬੱਸਾਂ ਚਲਾਈਆਂ ਨੇ। ਅਸੀਂ ਕੀ ਕਰੀਏ? ਅਸੀਂ ਦੱਸੋ ਨਾ, ਸਾਨੂੰ ਦੱਸੋ, ਇੱਕ ਵਪਾਰ ਵਰਗ ਅਸੀਂ ਕੀ ਕਰੀਏ? ਸਾਨੂੰ ਤਾਂ ਉਹਨਾਂ ਨੇ ਪੂਰਾ ਦਬਾ ਦਿੱਤਾ। ਸਾਨੂੰ ਕਹਿੰਦੇ ਨੇ ਜੀ ਦੁਕਾਨਾਂ ਨਹੀਂ ਖੋਲ੍ਹਣੀਆਂ, 8 ਵਜੇ ਦੁਕਾਨਾਂ ਬੰਦ ਕਰ ਦਿਓ, ਰਾਸ਼ਨ ਹੀ ਤੁਸੀਂ ਕਰ ਸਕਦੇ। ਨਵੀਆਂ ਗਾਈਡਲਾਈਨ ਆ ਰਹੀਆਂ ਨੇ। ਦੁਕਾਨਦਾਰ ਤੇ ਬਿਜ਼ਨਸਮੈਨ ਦਿਖਦਾ ਪੀਸਦੇ ਹੋਏ ਨੂੰ, ਹੋਰ ਤਾਂ ਕੋਈ ਹੈ ਹੀ ਨਹੀਂਗਾ। ਅੱਛਾ, ਗੱਲ ਕੀਤੀ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ, ਦੋਨਾਂ ਦੇ ਕਰੋਨਾ ਵਾਇਰਸ ਨੂੰ ਲੈ ਕੇ ਦੋਨਾਂ ਨੇ ਸਟੈਪ ਚੱਕੇ ਨੇ 1 ਬਾਏ 1 ਹੈ ਨਾ। ਲੋਕਡਾਊਨ ਨੂੰ ਲੈ ਕੇ ਹੋਵੇ ਜਾਂ ਨਾਈਟ ਕਰਫਿਊਜ਼ ਨੂੰ ਲੈ ਕੇ ਹੋਵੇ, ਤਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜਿਹੜੀ ਆ, BJP ਸਰਕਾਰ ਤੇ ਕਾਂਗਰਸ ਸਰਕਾਰ, ਇਸ ਦੇ ਬਾਰੇ ਤੁਹਾਡੇ ਵਿਚਾਰ ਕੀ ਨੇ ਜੋ ਹੁਣ ਤੱਕ ਕਾਰਜ ਚੱਲੇ ਨੇ? ਮੈਂ ਤੁਹਾਨੂੰ ਦੱਸਾਂ ਜੀ, ਦੇਖੋ ਇਹ ਸਰਕਾਰਾਂ ਬਿਲਕੁਲ ਫੇਲ ਹੋਈਆਂ ਸਾਬਤ ਹੋ ਰਹੀਆਂ ਨੇ। ਕਿਉਂ? ਮੈਂ ਦੇਖ ਰਿਹਾ, ਤੁਸੀਂ ਦੇਖੋ ਕਿੰਨੇ ਹਾਲਾਤ ਬੱਤਰ ਹੋ ਰਹੇ ਨੇ। ਕੋਈ ਇਨਫਰਾਸਟ੍ਰਕਚਰ ਨਹੀਂ ਹੈ ਪੰਜਾਬ ਦੇ ਵਿੱਚ। ਅੱਜ ਦੀ ਡੇਟ ਦੇ ਵਿੱਚ ਕਿਸੇ ਘਰ ਦੇ ਵਿੱਚ ਕੋਈ ਮਰੀਜ਼, ਜੇ ਉਹ ਪ੍ਰੋਬਲਮ ਆ ਜਾਂਦੀ ਹੈ ਉਹਨੂੰ ਕਰੋਨਾ ਨਾਲ, ਉਹ ਬੰਦਾ ਕਿਸੇ ਹਸਪੀਟਲ ਦੇ ਵਿੱਚ ਬੈੱਡ ਲੈਣ ਵਾਸਤੇ ਉਹਨੂੰ 10 ਜਗ੍ਹਾ ਫੋਨ ਕਰਾਉਣੇ ਪੈਂਦੇ ਨੇ। ਕਿਉਂਕਿ ਉਸ ਬੰਦੇ ਨੂੰ ਕੋਈ ਬੈੱਡ ਨਹੀਂ ਮਿਲ ਪਾ ਰਿਹਾ,
ਟ੍ਰੀਟਮੈਂਟ ਲੈ ਕੇ ਕਿਸੇ ਜਾਵੇ, ਨਾ ਉਹਨੂੰ ਉੱਥੇ ਜਾ ਕੇ ਉਹਨੂੰ ਇਹਦੇ ਸਿਫਾਰਸ਼ਾਂ ਲੈ ਕੇ ਉਹਨੂੰ ਆਕਸੀਜਨ ਦੀ ਪ੍ਰੋਵੀਜ਼ਨ ਕਰਾਉਣੀ ਪੈਣੀ ਹੈ, ਆਕਸੀਜਨ ਲਵਾਉਣਾ ਪੈਣਾ। ਟ੍ਰੀਟਮੈਂਟ ਵੀ ਅੱਜ ਦੀ ਜਿਹੜੀ ਸਿਫਾਰਸ਼ਾਂ ਨਾਲ ਹੋ ਰਿਹਾ, ਟ੍ਰੀਟਮੈਂਟ ਵੀ ਪੈਸਾ ਦੇ ਕੇ ਟ੍ਰੀਟਮੈਂਟ ਕਰਾਉਣਾ, ਉਹ ਵੀ ਸਿਫਾਰਸ਼ਾਂ ਨਾਲ ਕਰਾਉਣਾ। ਇਹਨਾਂ ਨੂੰ ਇਹ ਨਹੀਂ ਚਾਹੀਦਾ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਕੋਈ ਹੌਸਪੀਟਲ ਬਣਾਏ ਜਾਣ, ਇਹਦੀਆਂ ਪਲੈਨਿੰਗਾਂ ਕੀਤੀਆਂ ਜਾਣ। ਅੱਜ ਦੀ ਡੇਟ ਦੇ ਵਿੱਚ ਦੇਖੋ ਕਿੰਨੀਆਂ ਇੱਥੇ ਮੈਂ ਦੇਖਿਆ ਡੈੱਡ ਬੋਡੀਜ਼ ਇਹਦੇ ਨਾਲ ਹੋ ਰਹੀਆਂ। ਉਹਨਾਂ ਵਾਸਤੇ ਵੀ ਇਹਨਾਂ ਕੋਲ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਕਿ ਅਸੀਂ ਇਹਨਾਂ ਨੂੰ ਸੰਸਕਾਰ ਵਾਸਤੇ ਕੋਈ ਪ੍ਰੋਵੀਜ਼ਨ ਕਰ ਦਈਏ। ਉਹ ਵੀ ਦੇਖੋ ਪ੍ਰਾਈਵੇਟ ਕੋਈ NGOs ਨੇ ਜਿਹੜੇ ਇਹਦੇ ਵਿੱਚ ਉਹ ਹਿੱਸਾ ਪਾ ਰਹੀਆਂ ਨੇ, ਉਹ ਵੀ NGOs ਇਹਦੇ ਵਿੱਚ ਹਿੱਸਾ ਪਾ ਰਹੀਆਂ ਨੇ। ਮੈਂ ਦੇਖਿਆ NGOs PPE ਕਿੱਟਾਂ ਪਾ ਕੇ ਆਪਣੇ ਖਰਚੇ ਦੇ ਉੱਪਰੋਂ ਇਹ ਕਰ ਰਹੀਆਂ। ਕਿ ਇਹਨਾਂ ਨੂੰ ਨਹੀਂ ਚਾਹੀਦਾ ਕਿ ਸਾਡੇ ਬੰਦੇ ਵੀ ਸਰਕਾਰੀ ਬੰਦੇ ਜਾਂ ਕੋਈ ਬੰਦੇ ਡਿਮਾਂਡ ਕੀਤੇ ਜਾਣ, ਡਿਪਿਊਟ ਕੀਤੇ ਜਾਣ, ਜਿਹੜੇ ਇਸ ਬੰਦੇ ਨੂੰ ਇਹ ਕਰੋਨਾ ਮਹਾਮਾਰੀ ਦੇ ਵਿੱਚ ਆ ਕੇ ਸਾਥ ਦੇਣ। ਅੱਛਾ, ਗੱਲ ਕਰਦੇ ਆ ਵਪਾਰੀ ਹੋਵੇ, ਦੁਕਾਨਦਾਰ ਹੋਵੇ, ਕੋਈ ਫੈਕਟਰੀ ਓਨਰ ਹੋਵੇ, ਕੋਈ ਵੀ ਹੋਵੇ, ਕਹਿੰਦੇ ਮਨ ਕੀ ਬਾਤ ਵੀ ਬਹੁਤ ਜਾਣੇ ਸੁਣਦੇ ਨੇ, ਮਨ ਕੀ ਬਾਤ ਸੁਣਦੇ। ਤੁਸੀਂ ਕਦੇ ਮਨ ਕੀ ਬਾਤ ਸੁਣੀ ਹੈ ਕਦੇ, ਜਿਹੜੇ ਚੱਲਦਾ ਪ੍ਰਧਾਨ ਮੰਤਰੀ? ਮੈਨੂੰ ਤਾਂ ਜੋ ਦੱਸ ਗਿਆ, ਮਨ ਕੀ ਬਾਤ ਇੱਕ ਫਲੋਪ ਬਾਤ ਹੈ। ਇਹ ਮਨ ਕੀ ਬਾਤਾਂ ਨਾਲ ਕੁਝ ਨਹੀਂ ਹੋਣੇ। ਮੋਦੀ ਸਾਹਿਬ ਨੂੰ ਪੁੱਛੋ ਕਿ ਅੱਜ ਦੀ ਡੇਟ ਦੇ ਵਿੱਚ ਉੱਥੇ ਟੈਲੀਵਿਜ਼ਨ ਤੇ ਬਹਿ ਕੇ ਜਾਂ ਉੱਥੇ ਆਪਣੇ ਰੂਮ 'ਚ ਬਹਿ ਕੇ ਇਹ ਗੱਲਾਂ ਨਹੀਂ ਹੋਣੀਆਂ। ਸਰਕਾਰ ਦੇ ਨਾਲ ਲੋਕੀ ਇੰਨੇ ਕਹਿ ਰਹੇ ਨੇ, ਮੈਂ ਹੈਰਾਨ ਆ ਕਿ ਜਿਹੜੇ ਬੰਦੇ ਆਕਸੀਜਨ ਦੇ ਨਾਲ ਮਰ ਰਹੇ ਨੇ ਹਸਪੀਟਲ ਵੱਲੋਂ, ਉਹਨਾਂ ਦਾ ਵੀ ਬਿੱਲ ਪੂਰਾ ਲਿਆ ਜਾ ਰਿਹਾ। ਆਕਸੀਜਨ ਦੀ ਕਮੀ ਦੇ ਨਾਲ ਬੰਦੇ ਦੀ ਡੈਥ ਹੋ ਗਈ, ਉਹਨੂੰ ਆਕਸੀਜਨ ਹਸਪਤਾਲ ਵੱਲੋਂ ਨਹੀਂ ਮਿਲੀ। ਕਿ ਕਮ ਸੇ ਕਮ ਉਹਨਾਂ ਨੂੰ ਚਾਹੀਦਾ, ਸਰਕਾਰ ਨੂੰ ਚਾਹੀਦਾ ਉਹਨਾਂ ਦੇ ਕੋਲੋਂ ਹਸਪੀਟਲ ਦਾ ਬਿੱਲ ਮਾਫ ਕੀਤਾ ਜਾਵੇ। ਇਸ ਚੀਜ਼ ਬਾਰੇ ਉਹਨਾਂ ਦਾ ਕੋਈ ਧਿਆਨ ਨਹੀਂ ਹੈ। ਅੱਛਾ, BJP ਦੇ ਕਈ ਆਉਂਦੇ ਹੋਣਗੇ ਤੁਹਾਡੇ ਕੋਲੇ, ਜਿਹੜੇ ਆਗੂ ਹੋਣਗੇ ਜਾਂ ਵਿਧਾਇਕ ਹੋਣਗੇ, ਆਪਦੀ ਮਨ ਕੀ ਬਾਤ ਸੁਣਾਉਣ ਦੀ ਗੱਲ ਕੀਤੀ ਕਦੇ ਤੁਸੀਂ? ਸਰ ਉਹਨਾਂ ਨੂੰ ਬਥੇਰਾ ਵਾਰੀ ਕਹੀਦਾ, ਉਹ ਕਹਿੰਦੇ ਨੇ ਅਸੀਂ ਗੱਲ ਕਰਾਂਗੇ ਨਾ। ਤਾਂ ਮੈਨੂੰ ਤਾਂ ਲੱਗਦਾ ਇਹਨਾਂ ਦੀ ਗੱਲ ਕੋਈ ਨਹੀਂ ਸੁਣਦਾ। ਉੱਪਰ ਵੀ ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਹੈਗਾ, ਲੋਕਲ ਲੀਡਰਾਂ ਦੇ ਪੱਲੇ, ਕਿਉਂਕਿ ਨਾ ਤਾਂ ਇਹਨਾਂ ਦੀ ਗੱਲ ਉੱਪਰ ਤੱਕ ਪਹੁੰਚ ਸਕਦੀ ਹੈ ਤੇ ਨਾ ਇਹਨਾਂ 'ਚ ਕਿਸੇ ਦਾ ਦਮ ਹੈਗਾ ਕਿ ਇੱਥੋਂ ਦੇ ਲੋਕਾਂ ਦੀ ਗੱਲ ਉੱਪਰ ਤੱਕ ਪਹੁੰਚਾਉਣ। ਇਹ ਸਿਰਫ ਆਪਣੀਆਂ ਰਾਜਨੀਤੀਆਂ ਚਮਕਾਉਣ ਦੇ ਚੱਕਰ 'ਚ, ਆਪਣੀਆਂ ਚਾਪਲੂਸੀਆਂ ਦੇ ਚੱਕਰ 'ਚ ਸਿਰਫ ਇਹ ਘੁੰਮਦੇ ਨੇ ਕਿ ਸਾਨੂੰ ਟਿਕਟ ਮਿਲ ਜਾਵੇ, ਮੈਂ ਇਸ ਏਰੀਏ 'ਚੋਂ ਟਿਕਟ ਲੜ ਲਵਾਂ। ਹਰ ਬੰਦਾ ਕੋਈ ਜਿਹੜਾ ਛੋਟਾ ਮੋਟਾ ਲੀਡਰ ਆ ਉਹਨੂੰ ਆਸ ਹੈਗੀ ਮੈਂ ਕੌਂਸਲ ਦੀ ਟਿਕਟ ਲੜ ਲਵਾਂ। ਜਿਹੜਾ ਬੰਦਾ ਮਾੜਾ ਜਿਹਾ ਏਰੀਆ ਦਾ ਲੱਗਦਾ ਉਹਨੂੰ ਹੁੰਦਾ ਮੈਂ MLA ਦੀ ਟਿਕਟ ਲੜ ਲਵਾਂ। ਉਹ ਆਪਣੀ ਚੰਗੀ ਛਵੀ ਬਣਾਉਣ ਦੇ ਚੱਕਰ ਦੇ ਵਿੱਚ ਜਿਹੜੇ ਲੋਕਾਂ ਦੇ ਇੱਥੋਂ ਦੀ ਦੁਰਦਸ਼ਾ ਖਰਾਬ ਹੋ ਰਹੀ ਹੈ, ਇਹ ਅੱਗੇ ਜਾ ਕੇ ਦੱਸਦੇ ਹੀ ਨਹੀਂਗੇ। ਇਹ ਆਪਣੇ ਨੰਬਰ ਬਣਾਉਣ ਦੇ ਚੱਕਰਾਂ ਦੇ ਵਿੱਚ, ਆਪਣੀ ਟਿਕਟਾਂ ਦੀ ਆਪਣੀ ਰਾਜਨੀਤੀ ਚਮਕਾਉਣ ਦੇ ਚੱਕਰ ਦੇ ਵਿੱਚ ਲੁਧਿਆਣੇ ਦੇ ਲੋਕਾਂ ਦਾ, ਪੂਰੇ ਸ਼ਹਿਰ ਦੇ ਲੋਕਾਂ ਦਾ, ਪੂਰੇ ਹਿੰਦੁਸਤਾਨ ਦਾ ਬੁਰਾ ਹਾਲ ਕਰ ਰਹੇ ਨੇ। ਅੱਛਾ, ਗੱਲ ਕਰਦੇ ਹਾਂ EMPLOYEES ਦੇ ਬਾਰੇ ਕਿ ਹੁਣ ਵਾਪਸ ਤੁਹਾਡਾ ਉੱਥੇ ਹੀ ਟੌਪਿਕ ਤੇ ਆਉਂਦੇ ਕਿ EMPLOYEES ਜਿਹੜੇ ਲੱਗੇ ਹੁੰਦੇ ਨੇ ਜ਼ਿਆਦਾਤਰ ਕੀ ਕਹਿੰਦੇ ਕੋਈ ਸ਼ੋਰੂਮ ਦੇ ਵਿੱਚ EMPLOYEE ਲੱਗਦਾ, ਉਹਨਾਂ ਨੂੰ ਸੈਲਰੀ ਦਾ ਪ੍ਰੋਬਲਮ ਹੁੰਦੀ ਹੈ, ਹਟ ਕੇ ਚਲੇ ਜਾਂਦੇ ਨੇ। ਬਹੁਤ ਸਾਰੇ ਲੋਕਡਾਊਨ ਦੇ ਪੀਰੀਅਡ ਦੇ ਵਿੱਚ ਵੀ EMPLOYEES ਹਟ ਕੇ ਚਲੇ ਗਏ। ਕਿ ਐਦਾਂ ਦੀ ਪ੍ਰੋਬਲਮ ਦੇਖਣ ਨੂੰ ਮਿਲੀ EMPLOYEES ਨੂੰ ਲੈ ਕੇ, EMPLOYEES ਜਿਹੜੇ ਚਲੇ ਗਏ ਹੁਣ ਤੁਹਾਡੇ? ਦੇਖੋ ਸਾਨੂੰ ਇੱਦਾਂ ਦੀ ਕੋਈ ਦਿੱਕਤ ਨਹੀਂ ਆਈ। ਅਸੀਂ EMPLOYEES ਦਾ ਵੈਸੇ ਪਹਿਲਾਂ ਸ਼ੁਰੂ ਤੋਂ ਹੀ ਪੂਰਾ ਧਿਆਨ ਰੱਖਿਆ ਤੇ ਅਸੀਂ EMPLOYEES ਨੂੰ ਪਹਿਲਾਂ ਹੀ ਉਹਨੂੰ, ਜੇ ਸਾਡਾ ਕੋਈ ਲੱਗਦਾ ਹੈ ਕਿ ਹਾਂ ਯਾਰ ਸਾਡੀ ਸੇਲ ਜਾਂ ਘੱਟ ਹੈ ਜਾਂ ਸਾਨੂੰ ਲੱਗਦਾ ਹੈ ਕਿ ਸਾਨੂੰ ਸੈਲਰੀ ਦੇਣ ਦੇ ਵਿੱਚ ਉਹਦੇ 'ਚ ਦਿੱਕਤ ਹੈ, ਉਸ ਬੰਦੇ ਨੂੰ ਅਸੀਂ 1 ਮਹੀਨਾ ਪਹਿਲਾਂ ਹੀ ਉਹਨੂੰ ਨੋਟਿਸ ਪੀਰੀਅਡ ਦੇ ਦਿੰਦੇ ਹਾਂ ਕਿ ਯਾਰ ਸਾਡਾ ਥੋੜ੍ਹਾ ਜਿਹਾ ਬਜਟ ਹਿੱਲ ਰਿਹਾ, ਤੁਸੀਂ ਅੱਗੋਂ ਕਿਸੇ ਹੋਰ ਜਗ੍ਹਾ ਵੀ ਜੋਬ ਕਰ ਸਕਦੇ ਹੋ। ਠੀਕ ਹੈ ਕਿ ਨਹੀਂ ਜੀ? ਪਰ ਸਾਨੂੰ ਆਪਣੇ EMPLOYEE ਨੂੰ ਬੜਾ ਦੁੱਖ ਹੁੰਦਾ ਜੇ ਅਸੀਂ ਉਹਨੂੰ ਇੰਨੀ ਗੱਲ ਕਹਿੰਦੇ ਹਾਂ। ਕਿਉਂ ਦੁੱਖ ਹੁੰਦਾ? ਕਿਉਂਕਿ ਅਸੀਂ ਉਹਨੂੰ ਬੱਚਿਆਂ ਵਾਂਗੂ ਪਾਲਿਆ ਹੁੰਦਾ, ਉਹਨੂੰ ਸਿਖਾਇਆ ਹੁੰਦਾ ਕੰਮ ਉਹਨੂੰ ਸਮਝਿਆ ਹੁੰਦਾ, ਉਹ ਸਾਨੂੰ ਸਮਝਿਆ ਹੁੰਦਾ, ਅਸੀਂ ਉਹਨੂੰ ਸਮਝਿਆ ਹੁੰਦਾ, ਉਹ ਸਾਡਾ ਸੁਭਾਅ ਨੂੰ ਸਮਝ ਜਾਂਦਾ। ਪਰ ਜਦੋਂ ਉਹਨੂੰ ਸਾਨੂੰ ਇਹ ਗੱਲ ਕਹਿਣੀ ਪੈਂਦੀ ਹੈ, ਸਾਨੂੰ ਬੜਾ ਦੁੱਖ ਹੁੰਦਾ। ਮਜਬੂਰੀ ਕਿਉਂ ਕਹਿਣੀ ਪੈਂਦੀ ਹੈ? ਇਹਨਾਂ ਸਰਕਾਰਾਂ ਦੇ ਹਾਲਾਤਾਂ ਦੇ ਕਾਰਨ, ਕਿਉਂਕਿ ਸਾਡੀ ਕੁਛ ਮਦਦ ਨਹੀਂ ਕਰ ਰਹੀਆਂ, ਸਾਡੇ ਬਾਰੇ ਕੋਈ ਸੋਚ ਨਹੀਂ ਰਹੀਆਂ। ਇਹਨਾਂ ਨੂੰ ਅੱਜ ਜੇ ਕੋਈ ਦਿਖਦਾ, ਅੱਜ ਕੇਸ 10 ਵੱਧ ਆ ਜਾਣ, ਕੇਸ ਇਹਨਾਂ ਕੋਲ 10 ਵੱਧ ਆ ਜਾਣ, ਹਿੱਲ ਜਾਂਦੇ ਨੇ, ਡਰ ਜਾਂਦੇ ਨੇ। ਕਿਉਂ ਡਰਦੇ ਨੇ? ਇਹਨਾਂ ਨੂੰ ਐਂ ਲੱਗਦਾ ਬਸ ਇਹ ਦੁਕਾਨਾਂ ਬੰਦ ਕਰ ਦਿਓ, ਆਹ ਬੰਦ ਕਰ ਦਿਓ, ਆਹ ਬੰਦ ਕਰ ਦਿਓ, ਸਭ ਕੁਝ ਬੰਦ ਕਰ ਦਿਓ। ਇਹਨਾਂ ਨੂੰ ਇਹ ਨਹੀਂ ਲੱਗਦਾ ਜਿਹੜਾ ਜਿੱਥੋਂ ਸਾਨੂੰ ਇਨਕਮ ਕ੍ਰੀਏਟ ਹੈਗੀ ਹੈ, ਕੀ ਪਤਾ ਉਹਨਾਂ ਦੇ ਕਰਕੇ ਵੀ ਕਰੋਨਾ ਆ ਰਿਹਾ ਹੋਵੇ, ਉੱਥੋਂ ਉਹ ਵੀ ਤਾਂ ਬੰਦ ਕਰ ਸਕਦੇ ਨੇ, ਠੇਕੇ ਵੀ ਬੰਦ ਕਰ ਸਕਦੇ, ਬੱਸਾਂ ਵੀ ਬੰਦ ਕਰ ਸਕਦੇ ਨੇ, ਹੋਰ ਕਈ ਕੁਝ ਬੰਦ ਕਰ ਸਕਦੇ। ਰਾਤ ਨੂੰ ਚੋਰ ਮੋਰੀ ਦੇ ਵਿੱਚ, ਕੱਲ੍ਹ ਦੇਖੋ DC ਸਾਹਿਬ ਦੇ ਨਿਰਦੇਸ਼ ਸੀਗੇ ਕਿ ਪੂਰਾ ਲੋਕਡਾਊਨ ਲੱਗਣਾ। ਚੋਰ ਮੋਰੀ ਦੇ ਕਰਕੇ ਸ਼ਾਮ ਨੂੰ 7 ਵਜੇ ਤੋਂ ਬਾਅਦ ਸਾਰੇ ਠੇਕਿਆਂ 'ਤੇ ਸ਼ਰਾਬ ਵਿਕਦੀ ਰਹੀ ਹੈ, ਚੋਰ ਮੋਰੀਆਂ 'ਚ। ਕਿ ਉੱਥੇ ਇਹ ਚੀਜ਼ਾਂ ਸਾਰੇ ਪ੍ਰਸ਼ਾਸਨ ਨੂੰ ਨਹੀਂ ਦਿਖਦੀਆਂ। ਇਹ ਸਭ ਕੁਝ ਦਾ ਧਿਆਨ ਰੱਖਣਾ ਚਾਹੀਦਾ ਵਾ ਕਿ ਸਾਰੇ ਵਪਾਰ ਦੇ ਵਿੱਚ ਦੇਖੋ ਹਰ ਬੰਦੇ ਦਾ ਪੈਸਾ ਲੱਗਾ, ਹਰ ਬੰਦੇ ਦੇ ਵਿੱਚ ਉਹਨੇ ਇੱਕ ਸੋਚ ਕੇ ਕੋਈ ਨਾ ਕੋਈ ਬਿਜ਼ਨਸ ਖੋਲ੍ਹਿਆ ਹੁੰਦਾ ਕਿ ਸਾਨੂੰ 4 ਪੈਸੇ ਇਨਕਮ ਕ੍ਰੀਏਟ ਹੋਏਗੀ। ਅਤੇ ਪਰ ਜੇ ਇਹੀ ਹਾਲਾਤ ਰਹਿਣਗੇ ਤੇ ਸੱਚ ਦਸੀਏ ਇਹ ਸਾਡੇ ਵਾਸਤੇ ਬਹੁਤ ਬੁਰਾ ਹਾਲ ਹੋਏਗਾ। ਤੁਹਾਨੂੰ ਸੱਚ ਦੱਸਾਂ, ਇੱਕ ਤਾਂ ਦੇਖੋ ਕਰੋਨਾ ਕਰਕੇ ਮੌਤਾਂ ਹੋ ਰਹੀਆਂ, ਕੁਛ ਇਹਦੇ ਕਰਕੇ ਕਰਜ਼ੇ ਕਰਕੇ ਵੀ ਕਈ ਲੋਕੀ ਮੌਤ ਦਾ ਕਾਰਨ ਬਣ ਜਾਣੇ, ਪਰ ਮਜਬੂਰੀ ਹੈ, ਕੀ ਕਰੀਏ ਤੁਹਾਨੂੰ ਦੱਸੀ। ਅਖੀਰਲਾ ਕੁਐਸਚਨ ਆ ਹੁਣ, ਫਿਰ ਸਰਕਾਰ ਤੋਂ ਕੀ ਮੰਗ ਹੈ? ਸਰਕਾਰ ਨੂੰ ਲੈ ਕੇ ਜਾਂ ਪ੍ਰਸ਼ਾਸਨ ਨੂੰ ਲੈ ਕੇ ਕੀ ਮੰਗ ਕਰਨਾ ਚਾਹੁੰਦੇ? ਵੀ ਜਿਹੜਾ ਲੋਕਡਾਊਨ ਦੀ ਗੱਲ ਕੀਤੀ ਜਾ ਰਹੀ ਹੈ ਔਰ ਨਾਈਟ ਕਰਫਿਊ ਦੀ ਗੱਲ ਕੀਤੀ ਜਾ ਰਹੀ, ਕੀ ਮੰਗ ਕਰਨਾ ਚਾਹੋਗੇ? ਅਗਰ ਮੰਗ ਨਹੀਂ ਮੰਨੀ ਜਾਣੀ ਤਾਂ ਫਿਰ ਕੀ ਕੀਤਾ ਜਾਊਗਾ? ਦੇਖੋ ਸਰਕਾਰ ਤੋਂ ਸਾਡੀ ਮੰਗ ਇਹੀ ਹੈ ਕਿ ਕਰੋਨਾ ਵਾਸਤੇ ਜੇ ਜੂਝਣ ਵਾਸਤੇ ਸਾਨੂੰ
ਕੁਛ ਉਪਰਾਲੇ ਕੀਤੇ ਜਾਣ। ਇਹ ਨਹੀਂ ਹੈ ਕਿ ਸਾਨੂੰ ਲੋਕਡਾਊਨ ਕਰਤਾ, 8 ਵਜੇ ਤੋਂ ਬਾਅਦ ਦੁਕਾਨਾਂ ਬੰਦ ਕਰਤੀਆਂ ਜਾਂ ਐਤਵਾਰ ਦੁਕਾਨਾਂ ਬੰਦ ਕਰਕੇ ਇੱਦਾਂ ਲੋਕਡਾਊਨ ਨਹੀਂ ਖਤਮ ਹੋਣਾ। ਜੇ ਆਪਾਂ ਇਹ ਲੋਕਡਾਊਨ ਆਪਾਂ ਬਾਹਰਲੇ ਸ਼ਹਿਰਾਂ ਦੇ ਵਿੱਚ ਦੇਖਦੇ ਹਾਂ ਨਾ ਕਿ ਬਾਹਰਲੇ ਸ਼ਹਿਰ ਕੈਨੇਡਾ ਅਮਰੀਕਾ ਦੇ ਵਿੱਚ ਲੋਕਡਾਊਨ ਕਰਕੇ ਉਹਨਾਂ ਨੇ ਇਸ ਸਥਿਤੀ ਨੂੰ ਕੰਟਰੋਲ ਕਰ ਲਿਆ। ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਉੱਥੇ ਲੋਕਾਂ ਨੂੰ ਉਹਨਾਂ ਨੇ ਡਾਲਰ ਪਾਏ ਨੇ, ਬੈਂਕਾਂ ਦੇ ਵਿੱਚ ਪੈਸੇ ਪਾਏ ਨੇ, ਘਰ ਬੈਠੇ ਹੋਰਾਂ ਲੋਕਾਂ ਨੂੰ ਇਨਕਮ ਕਿ ਦਿੱਤੀ ਹੈ, ਕੋਈ ਖਰਚੇ ਦਿੱਤੇ ਨੇ ਪੂਰੇ। ਇਹ ਨਹੀਂ ਹੈ ਕਿ ਤੁਸੀਂ ਲੋਕਡਾਊਨ ਕਰ ਲਿਆ ਤੇ ਉਹਨਾਂ ਬੰਦਿਆਂ ਨੂੰ ਮਾਰਤਾ। ਪਰ ਮੇਰੀ ਸਰਕਾਰ ਤੋਂ ਮੰਗ ਹੈ ਕਿ ਵਪਾਰੀ ਵਰਗ ਦਾ, ਦੁਕਾਨਦਾਰ ਵੀਰਾਂ ਦਾ ਸੋਚੋ ਕਿ ਇਹ ਦੁਕਾਨਦਾਰ ਵੀਰ ਲੱਖਾਂ ਰੁਪਈਆ ਲਾ ਕੇ ਇਹਨਾਂ ਨੇ ਮਾਲ ਪਾਏ ਹੋਏ ਨੇ, ਇਹਨਾਂ ਨੇ ਦੁਕਾਨਾਂ ਦੇ ਕਿਰਾਏ ਪੈ ਰਹੇ ਨੇ, ਇਹਨਾਂ ਦੀਆਂ ਬੱਚੇ ਦੀਆਂ ਸਕੂਲ ਦੀਆਂ ਫੀਸਾਂ ਨੇ, ਇਹਨਾਂ ਦੇ ਆਪ ਦੇ ਘਰ ਦੇ ਖਰਚੇ ਵੀ ਨੇ। ਪਰ ਜੇ ਇਹੀ ਹਾਲ ਰਿਹਾ ਤੇ ਤੁਹਾਨੂੰ ਸੱਚ ਦੱਸੀਏ ਦੁਕਾਨਦਾਰ ਵੀਰਾਂ ਦਾ ਪਹਿਲਾਂ ਵੀ ਬੜਾ ਬੁਰਾ ਹਾਲ ਸੀਗਾ ਤੇ ਇਸ ਤੋਂ ਵੱਧ ਹੋਰ ਬੁਰਾ ਹਾਲ ਹੋ ਜਾਏਗਾ। ਤੇ ਕੀ ਕਰੇਗਾ ਇੱਥੇ ਮਾਰਕੀਟ ਦੇ ਵਿੱਚ ਮੈਂ ਦੇਖੋ ਕਈ ਦੁਕਾਨਾਂ ਕਿਰਾਇਆ ਨਾ ਦਿੱਤਾ ਜਾਣ ਕਰਕੇ ਅਗਲੇ ਦੁਕਾਨਾਂ ਨੂੰ ਤਾਲੇ ਲਾ ਕੇ ਘਰ ਬਹਿ ਗਏ। ਰੀਜ਼ਨ ਚੰਗੀਆਂ ਭਲੀਆਂ ਚਲਦੀਆਂ ਦੁਕਾਨਾਂ, ਚੰਗੀਆਂ ਭਲੀਆਂ ਸੇਲਾਂ, ਕਿਰਾਇਆ ਨਾ ਨਿਕਲਣ ਕਰਕੇ ਅਗਲੇ ਘਰ ਬਹਿ ਗਏ। ਇਹ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਜਿਹੜਾ ਬੰਦਾ ਘਰ ਬਹਿ ਗਿਆ ਉਹ ਕਿੰਨੀ ਦੇਰ ਘਰ ਖਾ ਲੂਗਾ। ਐਂਡ ਤੇ ਜੇ ਉਹਦੇ ਕੋਲ ਪੈਸੇ ਨਹੀਂ ਹੋਣਗੇ ਤੇ ਉਹ ਕੀ ਹੋਊਗਾ? ਉਹ ਆਪਣੇ ਆਪ ਨੂੰ ਕੁਝ ਕਰੂਗਾ? ਜੇ ਕਰੂਗਾ ਤੇ ਫਿਰ ਦੱਸੋ ਮੈਨੂੰ ਉਹਦਾ ਪਰਿਵਾਰ ਪਿੱਛੋਂ ਉਹਦੇ ਬੱਚੇ ਕੀ ਕਰਨਗੇ? ਇਹ ਸਰਕਾਰ ਨੂੰ ਸੋਚਣਾ ਚਾਹੀਦਾ। ਇਹਦੇ ਵਿੱਚ ਇਹਨਾਂ ਨੂੰ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ ਜਿਹੜੀ ਕਿ ਇਸ ਦੇ ਵਿੱਚ ਦੇਖੇ ਕਿ ਹਾਂ ਕਿ ਵਪਾਰੀ ਵਰਗ ਬਾਰੇ ਵੀ ਸਾਨੂੰ ਕੁਝ ਸੋਚਣਾ ਚਾਹੀਦਾ। ਜਿਹੜੇ ਇਹ ਲੋਕਡਾਊਨ ਦੀਆਂ ਗਾਈਡਲਾਈਨ ਦਿੰਦੇ ਨੇ, ਜਿਹੜੇ ਪ੍ਰਸ਼ਾਸਨ ਨੂੰ ਦੱਸਦੇ ਨੇ ਕਿ ਆਹ ਚੀਜ਼ਾਂ ਦੇ ਆਹ ਕੀਤਾ ਜਾਵੇ, ਕੋਈ ਇੱਦਾਂ ਦੀ ਕੋਈ ਪਲੈਨਿੰਗ ਬੋਰਡ ਦੀ ਕੋਈ ਕਮੇਟੀ ਨਹੀਂ ਬਣਾ ਸਕਦੀ? ਇਹਦੇ ਉੱਪਰ ਵੀ ਕੋਈ ਸਿੱਟ ਬਿਠਾ ਦਿਓ, ਇਹਦੇ ਉੱਪਰ ਵੀ ਕੋਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਓ ਕਿ ਵਪਾਰੀ ਵਰਗ ਕਿੰਨਾ ਕੋਈ ਦੁਖੀ ਹੈ। ਸਾਨੂੰ ਉਹਦੇ ਬਾਰੇ ਵੀ ਕੁਝ ਸੋਚਣਾ ਚਾਹੀਦਾ ਹੈ। ਸਾਨੂੰ ਉਹਦੇ ਬਾਰੇ ਵੀ ਕੁਝ ਉਹਦੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਚਾਹੀਦੀਆਂ। ਕੋਈ ਬਿਜਲੀ ਦਾ ਬਿੱਲ ਮਾਫ ਕਰ ਦਿਓ, ਕੁਛ ਨਾ ਕੁਛ ਤਾਂ ਕਰੋ ਨਾ। ਸਾਨੂੰ ਲੱਗਣਾ ਚਾਹੀਦਾ ਸਕੂਲਾਂ ਵਾਲਿਆਂ ਨੂੰ ਇੰਸਟਰਕਸ਼ਨ ਦਿਓ, ਸਕੂਲਾਂ ਦੀ ਫੀਸਾਂ ਮਾਫ ਕਰੋ, ਥੋੜ੍ਹੀ ਬਹੁਤੀ ਤਾਂ ਰਿਲੈਕਸੇਸ਼ਨ ਹੋਵੇ। 1 ਸਾਲ ਹੋ ਗਿਆ ਕਰੋਨਾ ਦੇ ਵਿੱਚ ਜੂਝਦੇ ਹੋਏ, ਮੈਨੂੰ ਇੱਕ ਵੀ ਸਿੰਗਲ ਦੱਸੋ ਇਸ ਵਪਾਰੀ ਵਰਗ ਨੂੰ ਉਹਨਾਂ ਨੇ ਇੱਕ ਵੀ ਸਹੂਲਤ ਦਿੱਤੀ ਹੋਵੇ? ਕੋਈ ਸਹੂਲਤ ਨਹੀਂ ਮਿਲੀ। ਹਰ ਪਿੱਛੇ PCI ਜਾ ਰਿਹਾ, ਜਿਹਦੇ ਕਰਕੇ ਸਾਡਾ ਸਾਰਾ ਵਪਾਰ ਦਾ ਬੁਰਾ ਹਾਲ ਹੋ ਚੁੱਕਿਆ। ਅਸੀਂ ਕਿਰਾਇਆ ਦੇ ਕੇ ਸਾਨੂੰ ਤਾਂ ਕਈ ਵਾਰੀ ਆਪਣੇ ਆਪ ਨੂੰ ਐਂ ਲੱਗਦਾ ਕਿ ਅਸੀਂ ਆਪਣੇ ਵਾਸਤੇ ਘੱਟ, ਜਿਹਦੀਆਂ ਦੁਕਾਨਾਂ ਕਿਰਾਏ 'ਤੇ ਨੇ ਅਸੀਂ ਉਹਦੇ ਵਾਸਤੇ ਹੀ ਕਮਾਉਣ ਆ ਰਹੇ ਹਾਂ। ਕਿਉਂਕਿ ਜੇ ਉਹਨੂੰ ਪਹਿਲਾਂ ਤਾਂ ਦੇਖੋ ਹਰ ਬੰਦੇ ਨੂੰ ਦੇਖੋ ਫਿਕਸ ਐਕਸੈਟ ਨੇ, ਉਹਨੂੰ ਦੇਣੇ ਪੈਣੇ ਖਰਚੇ ਨਾ ਬੰਦਾ ਕਿੱਥੋਂ ਦੇਗਾ? ਬੁਰਾ ਹਾਲ ਹੋ ਰੁਕਿਆ ਦੁਕਾਨਾਂ ਦੇ ਵਿੱਚ। ਸਾਰਾ ਦਿਨ ਵਿਹਲੇ ਬਹਿ ਕੇ ਥੱਕ ਜਾਂਦੇ ਆ, ਮੋਬਾਈਲ 'ਤੇ ਹੀ ਲਾ ਕੇ ਸਾਰਾ ਕੁਝ ਹਾਲਾਤ ਦੇਖਦੇ ਆ ਸ਼ਹਿਰ ਦੇ। ਬਹੁਤ ਬੁਰਾ ਹਾਲ ਹੈ। ਸਰਕਾਰ ਨੂੰ ਸੋਚਣਾ ਚਾਹੀਦਾ। ਮੇਰੀ ਹੱਥ ਜੜ ਬੰਨ੍ਹ ਕੇ ਬੇਨਤੀ ਹੈ ਕਿ ਸਾਡੇ ਬਾਰੇ ਕੋਈ ਸੋਚੋ, ਕੁਝ ਵਪਾਰ ਵਾਸਤੇ ਸੋਚੋ ਕਿ ਜੇ ਆਪਾਂ ਨੂੰ ਵਪਾਰ ਬਾਰੇ ਕੋਈ ਸੋਚਾਂਗੇ ਤਾਂ ਹੀ ਆਪਣਾ ਦੇਸ਼ ਤਰੱਕੀ ਕਰੇਗਾ, ਆਪਣਾ ਸੂਬਾ ਤਰੱਕੀ ਕਰੇਗਾ, ਜੇ ਸਾਡੇ ਕੋਲ 4 ਪੈਸੇ ਹੋਣਗੇ ਤੇ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਭੁਪਿੰਦਰਪਾਲ ਸਿੰਘ ਗੋਲਡੀ ਜੀ। ਵਪਾਰੀ ਵਰਗ ਹੋਵੇ ਜਾਂ ਕੋਈ ਵੀ ਹੋਵੇ, ਹਰ ਕੋਈ ਦੁਖੀ ਹੈ। ਹਰੇਕ ਦਾ ਕਹਿਣਾ ਹੈ ਕਿ ਸਾਨੂੰ ਲਾਸ ਹੋ ਰਿਹਾ ਤੇ ਸਰਕਾਰ ਨੂੰ ਵਾਰ-ਵਾਰ ਜਿਹੜੀ ਫਰਿਆਦ ਕੀਤੀ ਜਾ ਰਹੀ ਕਿ ਸਰਕਾਰ ਇਹਨਾਂ ਦੀ ਗੱਲ ਸੁਣੇ ਔਰ ਜੋ ਇਹਨਾਂ ਲਾਸ ਹੋ ਰਹੇ ਉਹਨਾਂ 'ਤੇ ਧਿਆਨ ਦਿੱਤਾ ਜਾਵੇ। ਸੋ ਵਧੇਰੀ ਅਪਡੇਟਸ ਜੁੜੇ ਰਹੋ ਲੁਧਿਆਣਾ ਟਾਈਮਸ ਨਾਲ। ਕੈਮਰਾਮੈਨ ਸਤਵੰਤ ਮਥਾੜੂ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ।